ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਐਗਰੀਕਲਚਰ MCQ ਦਾ ਪਾਰਟ ਆਪਾਂ 7ਵਾਂ ਕਰਨ ਜਾ ਰਹੇ ਹਾਂ। 6 ਹੋ ਚੁੱਕਿਆ। ਸੋ ਮੇਰੇ ਹਿਸਾਬ ਨਾਲ ਤੁਸੀਂ ਸਾਰੇ ਲੈਕਚਰ ਦੇਖ ਰਹੇ ਹੋਵੋਗੇ ਤੇ ਬਹੁਤ ਹੀ ਜ਼ਿਆਦਾ ਤੁਹਾਨੂੰ ਫਾਇਦਾ ਮਿਲ ਰਿਹਾ ਹੋਵੇਗਾ। ਸੋ ਆਪਾਂ 7ਵੇਂ ਦੇ ਵਿੱਚ ਵੀ ਉਹੀ ਫਾਇਦਾ ਚੱਕਣ ਦੀ ਕੋਸ਼ਿਸ਼ ਕਰਾਂਗੇ। ਸੋ ਰੇਸ ਅਕੈਡਮੀ ਅਫੀਸ਼ੀਅਲ ਦਾ ਟੈਲੀਗ੍ਰਾਮ ਗਰੁੱਪ ਤੁਸੀਂ ਜੁਆਇਨ ਕਰ ਲਓ। ਉੱਥੇ ਤੁਹਾਨੂੰ ਵੀਡੀਓਜ਼ ਦੀ ਅਪਡੇਟ ਵਗੈਰਾ ਮਿਲਦੀ ਰਹਿੰਦੀ ਹੈ। ਫੇਸਬੁੱਕ ਗਰੁੱਪ ਹੈ, ਇੰਸਟਾ ਗਰੁੱਪ ਹੈ, ਵੈਬਸਾਈਟ ਹੈ, ਲਟਰਮ ਪਟਰਮ ਬਹੁਤ ਲਿੰਕ ਤੁਹਾਨੂੰ ਨੀਚੇ ਮਿਲ ਜਾਣਗੇ। ਤੁਸੀਂ ਕਿਸੇ ਨੂੰ ਵੀ ਜੁਆਇਨ ਕਰ ਸਕਦੇ ਹੋ ਬਹੁਤ ਹੀ ਵਧੀਆ ਢੰਗ ਦੇ ਨਾਲ। ਸੋ ਚਲੋ ਆਪਾਂ ਕਰਦੇ ਹਾਂ ਜੀ MCQ ਦਾ ਪਾਰਟ 7ਵਾਂ। ਸੋ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਦੇ ਉੱਤੇ ਪਹਿਲਾ ਕੁਐਸਚਨ ਇਹ ਰਿਹਾ, ਸੇਸਮਮ ਬਿਲੋਂਗਸ ਟੂ ਦਾ ਫੈਮਿਲੀ। ਸੋ ਸੇਸਮਮ ਫੈਮਿਲੀ ਪੁੱਛੀ ਆ। ਸੋ ਇਹੋ ਜਿਹੇ ਕੁਐਸਚਨ ਤਾਂ ਸਟੈਟਿਕ ਹੈ ਜਿਹੜੇ ਕਿ ਪੁੱਛੇ ਜਾਂਦੇ ਆ ਭਾਈ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਚੌਥਾ, ਪੈਡਾਲੀਏਕਸੀਰੀ। ਤਾਂ ਕੁਝ ਵੀ ਨਾਮ ਹੈ ਤਾਂ ਤੁਸੀਂ ਬੋਲ ਸਕਦੇ ਹੋ ਕਿਉਂਕਿ ਟੈਕਨੀਕਲ ਨੇਮ ਹੈ। ਟੈਕਨੀਕਲ ਨੇਮ ਜਿਹੜੇ ਹੁੰਦੇ ਉਹਨਾਂ ਦੇ ਨਾਮ ਵੀ ਟੈਕਨੀਕਲ ਹੁੰਦੇ ਆ। ਸੋ ਇਹ ਤੁਸੀਂ ਨਾਮ ਯਾਦ ਰੱਖਣਾਗਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੋ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜਿੰਨੇ ਵੀ ਟੈਕਨੀਕਲ ਨੇਮ ਆ, ਜਿਹੜਾ ਵੀ ਤੁਹਾਡੇ ਦਿਮਾਗ ਦੇ ਵਿੱਚ ਆ ਜਾਵੇ, ਕੋਈ ਵੀ ਫਸਲ ਆ ਜਾਵੇ, ਕੋਈ ਵੀ ਕਰੋਪ ਆ ਜਾਵੇ, ਉਹਦਾ ਟੈਕਨੀਕਲ ਨੇਮ ਤਾਂ ਪੱਕਾ ਦੇਖ ਲਓ ਕਿਉਂਕਿ ਸਟੈਟਿਕ ਫੈਕਟ ਆ, ਪੁੱਛਿਆ ਜਾ ਸਕਦਾ ਹੈ। ਬਾਕੀ ਜਿਹੜੀਆਂ ਮੇਨ ਹੈ, ਵੀਟ ਹੋ ਗਿਆ, ਮੇਜ਼ ਹੋ ਗਿਆ, ਬਾਜਰਾ ਹੋ ਗਿਆ, ਜਵਾਰ ਹੋ ਗਿਆ, ਰਾਈਸ ਹੋ ਗਿਆ, ਇਹਨਾਂ ਦੇ ਸਾਇੰਟੀਫਿਕ ਨੇਮ ਤਾਂ ਤੁਸੀਂ ਟਿਪਸ ਤੇ ਰੱਖਣੇ। ਫਿੰਗਰ ਟਿਪਸ ਜਿਹੜੇ ਆਪਾਂ ਟੂ ਕਹਿੰਦੇ ਫਿੰਗਰ ਟੋ ਤੇ, ਯਾਨੀ ਕਿ ਇਹ ਤਾਂ ਕਦੇ ਵੀ ਆ ਸਕਦੇ ਆ। ਠੀਕ ਹੈ। ਸੋ ਇਸ ਤੋਂ ਬਾਅਦ ਆ ਗਿਆ ਜੀ ਡਿਲਿੰਟਿੰਗ ਆਫ ਕਾਟਨ ਸੀਡ ਮੇ ਬੀ ਡਨ ਵਿਦ। ਡਿਲਿੰਟਿੰਗ ਆਫ ਕਾਟਨ ਦਾ ਮਤਲਬ ਕੀ ਹੁੰਦਾ ਗਾ? ਕਪਾਹ, ਯਾਨੀ ਕਿ ਉਸ ਤੋਂ ਆਪਾਂ ਜਿਹੜੀ ਫਜ਼ ਹੁੰਦੀ ਆ ਉਹਨੂੰ ਆਪਾਂ ਰਿਮੂਵ ਕਰਦੇ ਹਾਂ। ਹੁਣ ਫਜ਼ ਕੀ ਹੁੰਦੀ ਹੈ? ਫਜ਼ ਮੈਂ ਪਹਿਲਾਂ ਤਾਂ ਤੁਹਾਨੂੰ ਸਪੈਲਿੰਗ ਦੱਸ ਦਿੰਦਾ। ਫਜ਼ ਕੀ ਹੁੰਦੀ ਹੈ? ਇੱਕ ਤਰ੍ਹਾਂ ਦੇ ਆਪਾਂ ਹੇਅਰਸ ਕਹਿ ਸਕਦੇ ਹਾਂ ਜਾਂ ਇਹਨਾਂ ਨੂੰ ਫਾਈਬਰ ਕਹਿ ਸਕਦੇ ਹਾਂ। ਇਹਨਾਂ ਨੂੰ ਰਿਮੂਵ ਕਰਨ ਦੀ ਵਿਧੀ ਨੂੰ ਆਪਾਂ ਡਿਲਿੰਟਿੰਗ ਕਹਿੰਦੇ ਹਾਂ। ਠੀਕ ਹੈ ਨਾ। ਸੋ ਇੱਕ ਕਵਰਿੰਗ ਹੈ, ਯਾਨੀ ਕਿ ਜਿਹੜੀ ਉੱਪਰਲੀ ਕਵਰਿੰਗ ਆ ਉਹਨੂੰ ਬੇਸਿਕਲੀ ਰਿਮੂਵ ਕਰਨ ਵਾਸਤੇ ਉਸ ਨੂੰ ਆਪਾਂ ਕਹਿੰਦੇ ਹਾਂ ਡਿਲਿੰਟਿੰਗ। ਸੋ ਇਹ ਕਾਹਦੇ ਨਾਲ ਕੀਤੀ ਜਾਂਦੀ ਹੈ ਡਿਲਿੰਟਿੰਗ ਹੈ ਜਿਹੜੀ? ਸੋ ਇਹ ਕੀਤੀ ਜਾਂਦੀ ਹੈ ਜੀ ਸਲਫਿਊਰਿਕ ਐਸਿਡ, ਯਾਨੀ ਕਿ ਇਹਦਾ ਆਨਸਰ ਆ ਜਾਊਗਾ ਜਿਹੜਾ ਪਹਿਲਾ। ਸੋ ਇਹ ਇੰਪੋਰਟੈਂਟ ਹੈ ਭਾਈ, ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ ਦ ਇਨਸੈਕਟ ਬਾਲਵਰਮ ਇਜ਼ ਕਾਮਨਲੀ ਫਾਊਂਡ ਇਨ। ਤਾਂ ਬੇਸਿਕਲੀ ਇੱਥੇ ਜੇ ਇਹ ਪਿੰਕ ਬਾਲਵਰਮ ਲਿਖ ਦਿੰਦੇ ਤਾਂ ਜ਼ਿਆਦਾ ਬੈਟਰ ਸੀਗਾ। ਯਾਨੀ ਕਿ ਪਿੰਕ ਬਾਲਵਰਮ ਗੁਲਾਬੀ ਰੰਗ ਦਾ ਇੱਕ ਕੀੜਾ ਹੁੰਦਾ ਜਿਹੜੇ ਕਿ 8 ਪੇਅਰ ਹੁੰਦੇ ਆ ਉਹਦੇ ਲੱਤਾਂ ਦੇ, ਬਹੁਤ ਲੱਤਾਂ ਹੁੰਦੀਆਂ। ਸੋ ਕਹਿਣ ਦਾ ਮਤਲਬ ਕੀੜਾ ਹੁੰਦਾ। ਸੋ ਬੇਸਿਕਲੀ ਇਹ ਜਿਹੜਾ ਕਿਸ ਨੂੰ ਲੱਗਦਾ ਜਾਂ ਆਪਾਂ ਕਿਸ ਫਸਲ 'ਤੇ ਦੇਖਦੇ ਹਾਂ ਤਾਂ ਕਪਾਹ ਦੀ ਗੱਲ ਕਰ ਰਹੇ ਹਾਂ ਤਾਂ ਫਿਰ ਕਾਟਨ ਹੀ ਇਹਦਾ ਆਨਸਰ ਆਊਗਾ। ਸੋ ਬੀ ਆਨਸਰ ਇਹਦਾ ਰਾਈਟ ਬਣਦਾ ਗਿਆ, ਯਾਨੀ ਕਿ ਸੈਕੰਡ। ਠੀਕ ਹੈ। ਸੋ ਮੋਸਟ ਇੰਪੋਰਟੈਂਟ ਬਾਲਵਰਮ ਇਨਸੈਕਟ। ਇਸ ਤੋਂ ਬਾਅਦ ਆ ਗਿਆ ਗਰੋਇੰਗ ਆਫ ਕੋਕੋਨਟ, ਬਲੈਕ ਪੈਪਰ, ਜਿੰਜਰ ਸਾਈਮਲਟੇਨੀਅਸਲੀ ਇਨ ਦਾ ਸੇਮ ਫੀਲਡ ਇਜ਼ ਕਾਲਡ। ਜੇ ਮੈਂ ਇਹਨਾਂ ਦੀ ਥਾਂ 'ਤੇ ਸ਼ੂਗਰ ਕੇਨ ਲਿਖਦਾ, ਇੱਥੇ ਲਿਖਦਾ ਮਸਟਰਡ ਲਿਖਦਾ, ਨਾਲ ਆਪਾਂ ਉਗਾ ਲੈਂਦੇ ਹਾਂ ਜੀ ਗੰਢੇ, ਯਾਨੀ ਕਿ ਅਨੀਅਨ, ਯਾਨੀ ਕਿ ਪਿਆਜ਼। ਜੇ ਮੈਂ ਇਹ ਵੀ ਲਿਖ ਦਿੰਦਾ ਤਿੰਨੇ, ਸ਼ੂਗਰ ਕੇਨ, ਮਸਟਰਡ, ਅਨੀਅਨ, ਤਾਂ ਵੀ ਉਹਦਾ ਆਨਸਰ ਸੇਮ ਆਉਣਾ ਸੀਗਾ। ਤਾਂ ਉਹਦਾ ਆਨਸਰ ਆ ਜਾਂਦਾ ਜੀ ਮਲਟੀ ਸਟੀਰੋਇਡ ਕ੍ਰੋਪਿੰਗ। ਤੁਸੀਂ ਹੁਣ ਕਹੋਗੇ ਵੀ ਆਪਾਂ ਯਾਨੀ ਕਿ ਇਹ ਇੱਕ ਫਸਲਾਂ ਤੋਂ ਜ਼ਿਆਦਾ ਉਗਾਈਆਂ ਤਾਂ ਫਿਰ ਮਲਟੀਪਲ ਕ੍ਰੋਪਿੰਗ ਕਿਉਂ ਨਹੀਂ? ਕਿਉਂਕਿ ਮਲਟੀਪਲ ਕ੍ਰੋਪਿੰਗ ਇੱਕ ਵਾਸਟ ਟਰਮ ਆ ਜਾਂਦੀ। ਉਹਦੇ ਵਿੱਚ ਦਾ ਮਲਟੀਪਲ ਕ੍ਰੋਪਿੰਗ ਦਾ ਮਤਲਬ ਹੈ ਵੀ ਇੱਕ ਯਾਨੀ ਕਿ ਦੋ ਜਾਂ ਦੋ ਤੋਂ ਵੱਧ ਆਪਾਂ ਫਸਲਾਂ ਇੱਕੋ ਟਾਈਮ 'ਤੇ ਉਗਾਉਣੇ ਆ। ਮਲਟੀਪਲ ਕ੍ਰੋਪਿੰਗ ਇੱਕ ਵਾਸਟ ਡੈਫੀਨੇਸ਼ਨ ਆ ਗਈ। ਉਹਦੇ ਅੰਦਰ ਆ ਜਾਂਦਾ ਗਾ ਇੰਟਰ ਕ੍ਰੋਪਿੰਗ। ਹਾਲਾਂਕਿ ਹੋਰ ਵੀ ਕ੍ਰੋਪਿੰਗ ਦੇ ਮੈਥਡ ਹੈ। ਇੰਟਰ ਕ੍ਰੋਪਿੰਗ ਦੇ ਅੰਡਰ ਆ ਜਾਂਦਾ ਗਾ ਫਿਰ ਮਲਟੀ ਸਟੀਰੋਇਡ ਕ੍ਰੋਪਿੰਗ। ਹੋਰ ਵੀ ਤਰ੍ਹਾਂ ਦੀਆਂ ਕ੍ਰੋਪਿੰਗ ਹੁੰਦੀਆਂ, ਯਾਨੀ ਕਿ ਇੰਟਰ ਕ੍ਰੋਪਿੰਗ ਵੀ ਕਾਫੀ ਮੈਥਡ ਦੀ ਹੁੰਦੀ ਹੈਗੀ। ਠੀਕ ਹੈ। ਸੋ ਇਹ ਬੇਸਿਕਲੀ ਜੇਕਰ ਮੈਂ ਕਹਾਂ ਕਿ ਮਲਟੀ ਕ੍ਰੋਪਿੰਗ, ਫਿਰ ਇੰਟਰ ਕ੍ਰੋਪਿੰਗ, ਫਿਰ ਉਸ ਤੋਂ ਵੀ ਨੀਚੇ ਮਲਟੀ ਸਟੀਰੋਇਡ ਕ੍ਰੋਪਿੰਗ ਆ ਜਾਂਦੀ ਹੈਗੀ। ਸੋ ਭਾਈ ਉਸ ਦੇ ਵਿੱਚ ਆਪਾਂ ਕੋਕੋਨਟ, ਬਲੈਕ ਪੈਪਰ, ਜਿੰਜਰ, ਸੋ ਮਲਟੀ ਸਟੀਰੋਇਡ ਕ੍ਰੋਪਿੰਗ ਦੀ ਗੱਲ ਕਰ ਰਹੇ ਹਾਂ। ਤਾਂ ਇਹਦਾ ਮਤਲਬ ਬੇਸਿਕਲੀ ਇਹ ਹੈ ਕਿ ਜਿਹੜੀਆਂ ਡਿਫਰੈਂਟ ਹਾਈਟਸ ਦੀਆਂ ਯਾਨੀ ਕਿ ਫਸਲਾਂ ਹੁੰਦੀਆਂ ਹੈਗੀਆਂ, ਡਿਫਰੈਂਟ ਹਾਈਟਸ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਉਹਨਾਂ ਨੂੰ ਆਪਾਂ ਇੱਕੋ ਟਾਈਮ 'ਤੇ ਉਗਾਉਣੇ ਆ ਤਾਂ ਉਹਨੂੰ ਆਪਾਂ ਮਲਟੀ ਸਟੀਰੋਇਡ ਕ੍ਰੋਪਿੰਗ ਕਹਿ ਦਿੰਦੇ ਹਾਂ। ਜਿਵੇਂ ਕਿ ਤੁਸੀਂ ਸ਼ੂਗਰ ਕੇਨ ਦੇ ਵਿੱਚ ਦੇਖ ਲਓ, ਹੁਣ ਸ਼ੂਗਰ ਕੇਨ ਹੈ ਗੰਡਾ ਆਪਣਾ ਗੰਨਾ ਹੋ ਗਿਆ। ਠੀਕ ਹੈ ਨਾ। ਅਤੇ ਇੱਕ ਪਿਆਜ਼ ਆਪਣੇ ਗੰਡਾ ਹੋ ਗਿਆ। ਠੀਕ ਹੈ ਨਾ। ਸੋ ਨੰਨੇ ਅਤੇ ਡੱਡੇ ਦਾ ਫਰਕ ਅਤੇ ਹਾਈਟ ਦਾ ਕਿੰਨਾ ਫਰਕ ਹੈ। ਸੋ ਭਾਈ ਇਹ ਯਾਨੀ ਕਿ ਜਦੋਂ ਡਿਫਰੈਂਟ ਹਾਈਟਸ 'ਤੇ ਜਿਹੜੀਆਂ ਕ੍ਰੋਪਸ ਉਗਾਉਂਦੇ ਆ ਉਹਨੂੰ ਆਪਾਂ ਮਲਟੀ ਸਟੀਰੋਇਡ ਕ੍ਰੋਪਿੰਗ ਕਹਿ ਦਿੰਦੇ ਹਾਂ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਚੌਥਾ। ਬਾਕੀ ਕ੍ਰੋਪਿੰਗ ਜਿੰਨੀਆਂ ਵੀ ਇਹਦੀਆਂ ਟਰਮਾਂ ਆ ਗਈਆਂ, ਜਿੰਨੇ ਵੀ ਇਹਦੀ ਮੈਥਡ ਉਹ ਆਪਾਂ ਥਿਊਰੀ ਦੇ ਵਿੱਚ ਪੜ੍ਹਾਂਗੇ। ਥਿਊਰੀ ਵੀ ਮੈਂ ਕਰੂੰਗਾ ਭਾਈ ਸਟਾਰਟ। ਬਹੁਤ ਕੰਮ ਕਰਦੇ ਹਾਂ, ਬਹੁਤ ਕੰਮ ਹੁੰਦਾ ਹੈਗਾ। ਠੀਕ ਹੈ ਨਾ। ਸੋ ਲੈਕਚਰ ਉਹ ਵੀ ਕਰਾਓ, ਕੰਪਿਊਟਰ ਵੀ ਕਰਾਓ, ਪੋਲਿਟੀ ਵੀ ਕਰਾਓ, ਇਹ ਵੀ ਕਰਾਓ, ਉਹ ਵੀ ਕਰਾਓ। ਸੋ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ। ਚਲੋ ਖੈਰ ਫਿਰ ਵੀ ਆਪਾਂ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਹਜੇ ਮੈਥ ਦੇ ਵਿੱਚ ਉਹ ਕਹੀ ਜਾਂਦੇ ਹੈਗੇ ਕਿ ਮੈਨਸੂਰੇਸ਼ਨ ਕਰਵਾਓ। ਚਲੋ ਖੈਰ ਸਾਰਾ ਕੁਝ ਕਰਾਂਗੇ। ਸੋ ਮਲਟੀ ਸਟੀਰੋਇਡ ਕ੍ਰੋਪਿੰਗ ਇਹਦਾ ਆਨਸਰ ਆ ਜਾਊਗਾ ਭਾਈ। ਠੀਕ ਹੈ, ਯਾਦ ਰੱਖ ਲਿਓ। ਇਸ ਤੋਂ ਬਾਅਦ ਆ ਗਿਆ ਜੀ ਸਟੀਵਨਸਨ ਸਕਰੀਨ ਇਜ਼ ਰਿਲੇਟਡ ਟੂ। ਸਭ ਤੋਂ ਪਹਿਲਾਂ ਇਹਨੂੰ ਤੁਸੀਂ ਗੂਗਲ 'ਤੇ ਜਾ ਕੇ ਇਹਦੀ ਫੋਟੋ ਦੇਖਿਓ। ਇੱਕ ਕੂਲਰ ਟਾਈਪ ਤੁਹਾਨੂੰ ਸਟਰਕਚਰ ਜੀ ਮਿਲੂਗੀ, ਕੂਲਰ ਟਾਈਪ ਜਾਂ। ਠੀਕ ਹੈ ਨਾ। ਸਟੀਵਨਸਨ ਇੰਸਟਰੂਮੈਂਟ ਹੈ, ਇੱਕ ਸਕਰੀਨ ਹੈ ਜਿਹੜਾ ਕਿ
ਏਅਰ ਦੇ ਵਿੱਚ ਆਪਣੀ ਹਵਾ ਦੇ ਵਿੱਚ ਜਾਂ ਆਪਾਂ ਜਿਹੜਾ ਫੀਲਡ ਦੇ ਵਿੱਚ ਉਹਦਾ ਟੈਂਪਰੇਚਰ ਹੋ ਗਿਆ ਜਾਂ ਉਹਦੇ ਵਿੱਚ ਮੋਇਸਚਰ ਕਿੰਨਾ ਕੁ ਹਵਾ ਦੇ ਵਿੱਚ, ਹਿਊਮਿਡਿਟੀ ਕਿੰਨੀ ਆ, ਉਹਨੂੰ ਮੈਜਰ ਕਰਨ ਵਾਸਤੇ ਆਪਾਂ ਸਟੀਵਨਸਨ ਸਕਰੀਨ ਆ ਜਿਹੜੀ ਲਾਉਣੇ ਆ। ਜਿਵੇਂ ਕਿ ਆਪਾਂ ਮੈਟਰੋਲੋਜੀ ਯਾਨੀ ਕਿ ਆਪਣਾ ਟੈਂਪਰੇਚਰ ਆਸੇ ਪਾਸੇ ਜਿਹੜਾ, ਠੀਕ ਹੈ ਨਾ, ਆਪਾਂ ਜਿਵੇਂ ਆਪ ਦਾ ਮੌਸਮ ਦੇਖਦੇ ਹਾਂ ਕਿ ਉਸ ਤਰੀਕੇ ਦੇ ਨਾਲ ਆਪਾਂ ਫੀਲਡ ਦਾ ਮੌਸਮ ਦੇਖਣ ਵਾਸਤੇ ਉੱਥੇ ਸਟੀਵਨਸਨ ਸਕਰੀਨ ਲੱਗੀ ਹੁੰਦੀ ਹੈਗੇ। ਸਟੀਵਨਸਨ ਇੰਸਟਰੂਮੈਂਟ ਵੀ ਆਪਾਂ ਇਹਨੂੰ ਕਹਿ ਦਿੰਦੇ ਆ। ਸੋ ਬੇਸਿਕਲੀ ਇਹ ਐਗਰੋਮੈਟਰੋਲੋਜੀ ਵਾਸਤੇ ਕੰਮ ਆਉਂਦਾ ਗਾ। ਸੋ ਸਟੀਵਨਸਨ ਸਕਰੀਨ ਇਜ਼ ਰਿਲੇਟਡ ਟੂ ਐਗਰੋਮੈਟਰੋਲੋਜੀ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਊਗਾ ਸਮਝ। ਇਸ ਤੋਂ ਬਾਅਦ ਆਪਾਂ ਜੇਕਰ ਗੱਲ ਕਰੀਏ ਤਾਂ ਭਾਈ ਇਹਨਾਂ ਨੇ ਬੋਟੈਨੀਕਲ ਨੇਮ ਪੁੱਛ ਲਿਆ ਸਵਾਂਗ ਗ੍ਰਾਸ ਦਾ। ਸੋ ਇਹ ਤਾਂ ਯਾਦ ਹੀ ਰੱਖਣਾ ਪੈਣਾ ਗਾ ਇਹਦਾ ਬੋਟੈਨੀਕਲ ਨੇਮ ਕੀ ਹੈ। ਸੋ ਫਿਰ ਬੋਟੈਨੀਕਲ ਨੇਮ ਉਨਾ ਹੀ ਬੋਲਣਾ ਔਖਾ ਹੋ ਜਾਂਦਾ ਗਾ। ਸੋ ਇਹਦਾ ਪਹਿਲਾ ਆਨਸਰ ਆ ਭਾਈ, ਠੀਕ ਹੈ। ਸੋ ਲੈਸੀਅਰਸ ਸਿੰਡਿਕਸ, ਠੀਕ ਹੈ। ਸੋ ਇਹ ਯਾਦ ਰੱਖਣਾ ਭਾਈ ਬੋਟੈਨੀਕਲ ਨੇਮ ਲੈਸੀਅਰਸ ਸਿੰਡਿਕਸ। ਬੇਸਿਕਲੀ ਆਪਾਂ ਵੀ ਉਹੀ ਕਰਦੇ ਹਾਂ ਜਿਹੜੇ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਆਏ ਹੋਏ ਆ, ਪੁੱਛੇ ਗਏ ਆ, ਠੀਕ ਹੈ। ਕਿਉਂਕਿ ਐਂ ਤਾਂ ਫਿਰ ਬਹੁਤ ਹੋ ਜਾਣਗੇ ਬੋਟੈਨੀਕਲ ਨੇਮ, ਕਿਹਦਾ ਯਾਦ ਰੱਖੀ ਜਾਓਗੇ। ਐਂ ਤਾਂ ਜਿਵੇਂ ਆਪਾਂ ਬੋਲਵਰਮ ਪੜ੍ਹਿਆ ਜਿਹੜਾ ਇਨਸੈਕਟ, ਹੁਣ ਬੋਲਵਰਮ ਦਾ ਵੀ ਕੋਈ ਨਾ ਕੋਈ ਸਾਇੰਟੀਫਿਕ ਨੇਮ ਹੈਗਾ ਗਾ, ਪਿੰਕ ਬੋਲਵਰਮ ਦਾ, ਹੁਣ ਉਹਦਾ ਵੀ ਤੁਹਾਨੂੰ ਯਾਦ ਕਰਨਾ ਪਊਗਾ। ਤਾਂ ਬੇਸਿਕਲੀ ਆਪਾਂ ਉਹੀ ਕੋਸ਼ਿਸ਼ ਕਰਦੇ ਜਿਹੜੇ ਪੁਰਾਣੇ ਪੇਪਰਾਂ ਦੇ ਵਿੱਚ ਆਏ ਹੋਏ, ਕਿਉਂਕਿ ਮੋਸਟਲੀ ਜਿਹੜੇ ਪੇਪਰਾਂ ਦੇ ਵਿੱਚ ਆਉਂਦੇ ਰਹਿੰਦੇ ਆ ਉਹੀ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੁੰਦੇ ਰਹਿੰਦੇ। ਇਸੇ ਕਰਕੇ ਆਪਾਂ ਉਹ ਤਾਂ ਘੱਟੋ ਘੱਟ ਕਰ ਹੀ ਲਈਏ ਨਾ ਜਿਨ੍ਹਾਂ ਦੇ ਆਉਣ ਦੇ ਚਾਂਸ ਹੈ। ਨਵਾਂ ਆ ਗਿਆ ਤਾਂ ਫਿਰ ਕਿਸਮਤ ਆ, 100% ਕਦੇ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਕਰ ਨਹੀਂ ਸਕਦੇ, ਕਿਉਂਕਿ ਨੌਲੇਜ ਤਾਂ ਫਿਰ ਨੌਲੇਜ ਤੁਸੀਂ ਭਾਵੇਂ 100 ਸਾਲ ਦੇ ਹੋ ਜਾਓ ਤਾਂ ਵੀ ਤੁਹਾਨੂੰ ਬਹੁਤ ਚੀਜ਼ਾਂ ਇਹੋ ਜਿਹੀਆਂ ਹੋਣਗੀਆਂ ਜਿਹੜੀਆਂ 100ਵੇਂ ਸਾਲ ਤੱਕ ਪਤਾ ਲੱਗਦੀਆਂ ਵੀ ਹਾਂ ਯਾਰ ਇਹ ਵੀ ਸੀ, ਠੀਕ ਹੈ। ਸੋ RMO40 ਇਜ਼ ਅ ਵੈਰਾਈਟੀ ਆਫ, ਤਾਂ ਇਹ ਕਾਹਦੀ ਵੈਰਾਈਟੀ ਹੈ ਭਾਈ RMO40? ਸੋ ਇਹ ਹੈਗੀ ਹੈ ਜੀ ਮੋਥਬੀਨ ਦੀ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਚੌਥਾ ਮੋਥਬੀਨ, ਠੀਕ ਹੈ। ਸੋ ਚੌਥਾ ਆਨਸਰ ਇਹਦਾ ਰਾਈਟ ਬਣਦਾ ਗਿਆ। ਇਸ ਤੋਂ ਬਾਅਦ ਆ ਗਿਆ ਜਿਹੜਾ ਐਵਰਗ੍ਰੀਨ ਰੈਵੋਲੂਸ਼ਨ ਟਰਮ ਹੈ, ਬੇਸਿਕਲੀ ਇਹ ਕਿਹਨੇ ਦਿੱਤੀ ਆ? ਸੋ ਸਾਇੰਟੀਫਿਕ ਟਰਮਾਂ ਜਿਹੜੀਆਂ ਹੁੰਦੀਆਂ ਗੀਆਂ ਬੇਸਿਕਲੀ ਜਿਹੜੀਆਂ ਇੰਪੋਰਟੈਂਟ ਟਰਮਸ ਆ ਉਹ ਪੁੱਛ ਲਈਆਂ ਜਾਂਦੀਆਂ ਭਾਈ ਇਹ ਟਰਮਾਂ ਕਿਹਨਾਂ ਦੁਆਰਾ। ਸੋ ਐਵਰਗ੍ਰੀਨ ਰੈਵੋਲੂਸ਼ਨ ਜਿਹੜੀ ਟਰਮ ਹੈ ਇਹ ਆਪਣੇ MS ਸਵਾਮੀਨਾਥਨ ਦੁਆਰਾ ਦਿੱਤੀ ਗਈ ਹੈ। ਸੋ ਜਿਹਨੂੰ ਕਿ ਫਾਦਰ ਆਫ ਰੈਵੋਲੂਸ਼ਨ ਗ੍ਰੀਨ ਰੈਵੋਲੂਸ਼ਨ ਵੀ ਆਪਾਂ ਕਹਿ ਦਿੰਦੇ ਆਪਣੇ ਇੰਡੀਆ ਦੇ ਵਿੱਚ, ਠੀਕ ਹੈ। ਸੋ ਨਾਰਮਲ ਬੁੱਲ ਰੋਗ ਹੋ ਗਿਆ ਪੂਰੇ ਵਰਲਡ ਦੇ ਵਿੱਚ, MS ਸਵਾਮੀਨਾਥਨ ਨੇ ਇੰਡੀਆ ਦੇ ਵਿੱਚ ਹੋ ਗਿਆ। ਸੋ MS ਸਵਾਮੀਨਾਥਨ ਯਾਨੀ ਕਿ ਫਸਟ ਐਵਰ ਗ੍ਰੀਨ ਰੈਵੋਲੂਸ਼ਨ। ਇਸ ਤੋਂ ਬਾਅਦ ਆ ਗਿਆ ਜੀ ਵਿਚ ਵਨ ਆਫ ਦਾ ਫੋਲੋਇੰਗ ਨਿਊਟਰੀਐਂਟਸ ਇਜ਼ ਅ ਕਨਸਟੀਟਿਊਐਂਟ ਆਫ ਸੈੱਲ ਵਾਲ ਇਨ ਦਾ ਪਲਾਂਟਸ। ਤਾਂ ਪਲਾਂਟਸ ਤੇ ਸੈੱਲ ਵਾਲ ਹੁੰਦੀ ਆ, ਤੁਹਾਨੂੰ ਪਤਾ ਆਪਣੇ ਹਿਊਮਨ ਬੀਇੰਗ ਦੇ ਵਿੱਚ ਕੀ ਹੁੰਦੀ ਹੈਗੀ? ਸੈੱਲ ਮੈਂਬਰਨ ਹੁੰਦੀ ਹੈ, ਠੀਕ ਹੈ, ਜਿਹਨੂੰ ਆਪਾਂ ਫਾਸਫੋਲਿਪਿਡਸ ਕਹਿੰਦੇ ਨੇ, ਉਹਦੇ ਵਿੱਚ ਫਾਸਫੋਲਿਪਿਡਸ ਹੁੰਦੀ ਆ। ਸੋ ਬੇਸਿਕਲੀ ਸੈੱਲ ਵਾਲ ਆ ਜਿਹੜੀ ਪਲਾਂਟਸ ਦੇ ਵਿੱਚ ਹੁੰਦੀ ਆ ਉਹਦੇ ਵਿੱਚ ਕੀ ਕਹਿੰਦੇ ਹੁੰਦੀ ਆ ਵਿਚ ਆਫ ਦਾ ਫੋਲੋਇੰਗ ਨਿਊਟਰੀਐਂਟ, ਠੀਕ ਹੈ। ਸੋ ਉਹਦਾ ਆਨਸਰ ਕੀ ਆ ਜਾਊਗਾ ਭਾਈ? ਇਹਦਾ ਆਨਸਰ ਜਿਹੜਾ ਆ ਜਾਊਗਾ ਕੈਲਸ਼ੀਅਮ, ਯਾਨੀ ਕਿ ਸੈਕੰਡ ਇਹਦਾ ਆਪਸ਼ਨ ਆ ਆਨਸਰ ਬਣਦਾ ਗਾ। ਸੋ ਇਹਨੂੰ ਭਾਈ ਯਾਦ ਰੱਖਣਾ। ਇਸ ਤੋਂ ਬਾਅਦ ਆ ਗਿਆ ਦਾ ਓਰੀਜਨ ਪਲੇਸ ਆਫ ਪੋਟੈਟੋ ਇਜ਼, ਤਾਂ ਆਲੂਆਂ ਦਾ ਓਰੀਜਨ। ਇਹ ਆਲੂਆਂ ਬਾਰੇ ਜਦੋਂ ਆਪਾਂ ਥਿਊਰੀ ਵੀ ਪੜ੍ਹੀ ਸੀ ਉਦੋਂ ਵੀ ਮੈਂ ਦੱਸਿਆ ਸੀ ਇਹਦਾ ਆਨਸਰ। ਸੋ ਬਹੁਤ ਵਧੀਆ ਯਾਦ ਹੋਊਗਾ ਤੁਹਾਡੇ, ਜੇਕਰ ਯਾਦ ਨਹੀਂ ਤਾਂ ਮਾੜੀ ਗੱਲ ਆ, ਥਿਊਰੀ ਵੀ ਪੜ੍ਹਿਆ ਕਰੋ ਕਿਉਂਕਿ ਥਿਊਰੀ ਮੋਸਟ ਇੰਪੋਰਟੈਂਟ ਬਣ ਜਾਂਦੀ ਆ। ਇਹਦਾ ਜਿਹੜਾ ਆਨਸਰ ਆ ਜਾਊਗਾ ਜੀ ਉਹ ਆ ਜਾਊਗਾ ਸਾਊਥ ਅਮਰੀਕਾ। ਸੋਇਆਬੀਨ ਕਿੱਥੇ ਓਰੀਜਨੇਟ ਹੋਈ ਆ ਭਾਈ? ਚਾਈਨਾ ਦੇ ਵਿੱਚ। ਸੋ ਇਹਦਾ ਵੀ ਆਨਸਰ ਸੌਖਾ ਗਾ। ਬਾਕੀ ਹਾਈਐਸਟ ਇਨ ਪ੍ਰੋਟੀਨ ਕੰਟੈਂਟ ਸੋਇਆਬੀਨ, ਠੀਕ ਹੈ। ਸੋ ਖਾਇਆ ਕਰੋ। ਸੋ ਇਹਦਾ ਜਿਹੜਾ ਆਨਸਰ ਆ ਜਾਊਗਾ ਜੀ ਦੂਸਰਾ, ਯਾਨੀ ਕਿ ਚਾਈਨਾ। ਇਸ ਤੋਂ ਬਾਅਦ ਆ ਗਿਆ ਜੀ ਅਮੰਗੈਸਟ ਆਲ ਕੇਕਸ ਦਾ ਹਾਈਐਸਟ ਨਾਈਟ੍ਰੋਜਨ ਕੰਟੈਂਟ। ਤਾਂ ਨਾਈਟ੍ਰੋਜਨ ਕੰਟੈਂਟ ਹਾਈਐਸਟ ਕਿਹਦੇ ਵਿੱਚ ਹੋਊਗਾ ਜੀ? ਗਰਾਊਂਡਨਟ ਕੇਕ, ਮੂੰਗਫਲੀ ਦਾ ਕੇਕ, ਠੀਕ ਹੈ। ਸੋ ਯਾਦ ਰੱਖਣਾ ਤੀਸਰਾ ਇਹਦਾ ਆਨਸਰ ਹੈ, ਇੰਪੋਰਟੈਂਟ ਬਣਦਾ ਗਾ। ਨਾਈਟ੍ਰੋਜਨ ਦਾ ਬਹੁਤਾਤ ਹੁੰਦੀ ਹੈ ਇਹਦੇ ਵਿੱਚ, ਠੀਕ ਹੈ। ਸੋ ਥੋੜੇ ਜਿਹੇ ਕੁਐਸਚਨ ਆਏ ਸੀ ਉਹਨਾਂ ਦਾ ਮੈਂ ਆਨਸਰ ਦੇਣਾ ਚਾਹਣਾਗਾ। ਕੁਐਸਚਨ ਕਮੈਂਟ ਦੇ ਵਿੱਚ ਆਏ ਸੀ, ਤੁਸੀਂ ਵੀ ਕੁਐਸਚਨ ਕਰ ਸਕਦੇ ਹੋ। ਉਹਦਾ ਆਨਸਰ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮੈਂ ਦੇਣ ਦੀ ਕੋਸ਼ਿਸ਼ ਕਰੂੰਗਾ। ਸੋ ਡਿਫਰੈਂਸ ਬਿਟਵੀਨ ਪੈਡੀ ਐਂਡ ਰਾਈਸ, ਤਾਂ ਪੈਡੀ ਐਂਡ ਰਾਈਸ ਦੇ ਵਿੱਚ ਉਹੀ ਫਰਕ ਹੈ। ਜੇਕਰ ਮੈਂ ਕਹਿਦਾ ਕਿ ਮੈਂ ਕੱਪੜੇ ਪਾਲੇ ਤਾਂ ਮੈਂ ਕੱਪੜੇ ਪਾਏ ਹੋਇਆ ਤਾਂ ਮੈਂ ਬੰਦਾ ਬਣ ਗਿਆ, ਠੀਕ ਹੈ ਨਾ। ਅਤੇ ਨੋਰਮਲ ਜਾਣੀ ਕਿ ਆਪਾਂ ਉਹਦਾ ਨਾਮ ਦੇ ਸਕਦੇ ਹਾਂ। ਅਤੇ ਜੇ ਮੈਂ ਕੱਪੜੇ ਲਾ ਦਾਂ, ਠੀਕ ਹੈ, ਫਿਰ ਉਹਨੂੰ ਆਪਾਂ ਕਹਿ ਦਾਂਗੇ ਨੰਗਾ, ਠੀਕ ਹੈ। ਸੋ ਬਸ ਉਹੀ ਫਰਕ ਹੈ, ਬੰਦਾ ਉਹੀ ਹੈ, ਠੀਕ ਹੈ। ਇੱਕ ਕੱਪੜੇ ਪਾਉਣ ਵਾਲਾ ਹੋ ਗਿਆ ਅਤੇ ਉਹਨੂੰ ਨੰਗਾ। ਤਾਂ ਕਹਿਣ ਦਾ ਮਤਲਬ ਇਹਦੀ ਜਿਹੜੀ ਕਵਰਿੰਗ ਆ ਪੈਡੀ ਦੀ, ਜੇਕਰ ਆਪਾਂ ਉਹ ਹਟਾ ਦਈਏ ਕਵਰਿੰਗ, ਠੀਕ ਹੈ। ਸੋ ਕਵਰਿੰਗ ਜੇਕਰ ਆਪਾਂ ਕਰ ਦੇਈਏ, ਜਿਹੜਾ ਮੈਂ ਡਲਿੰਟਿੰਗ ਆਫ ਕਾਟਨ ਕਿਹਾ ਸੀਗਾ, ਉਸੇ ਤਰੀਕੇ ਦੇ ਨਾਲ ਜੇਕਰ ਆਪਾਂ ਇਹਦੀ ਕਵਰਿੰਗ ਜਿਹੜੀ ਹਟਾ ਦੇਈਏ ਤਾਂ ਉਹ ਰਾਈਸ ਹੋ ਜਾਂਦਾ। ਹੁਣ ਆਪਾਂ ਇਹਨੂੰ ਸਿੱਧਾ ਤਾਂ ਨਹੀਂ ਖਾਂਦੇ ਨਾ ਇਸ ਤਰੀਕੇ ਦੇ ਨਾਲ, ਠੀਕ ਹੈ। ਸੋ ਇਹਦੀ ਕਵਰਿੰਗ ਹਟਾ ਦਿਓ ਤਾਂ ਇਹ ਚਿੱਟੇ ਚੌਲ, ਯਾਨੀ ਕਿ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ, ਗਾਣਾ ਯਾਦ ਆ ਗਿਆ। ਸੋ ਕਹਿਣ ਦਾ ਮਤਲਬ ਭਾਈ ਚੌਲ ਬਣ ਜਾਂਦੇ ਆ, ਰਾਈਸ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਸੋ ਫਰਕ ਕੋਈ ਨਹੀਂ ਹੈਗਾ, ਬਸ ਪੈਡੀ ਅਤੇ ਰਾਈਸ ਨਾਮ ਦੇ ਵਿੱਚ ਫਰਕ ਹੈ। ਬਾਕੀ ਤੁਹਾਨੂੰ ਮਾੜਾ ਮੋਟਾ ਡਿਫਰੈਂਸ ਆ ਜਿਹੜਾ ਉਹ ਦੱਸਦਾ ਮੈਂ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਬੰਗਾਲ ਗ੍ਰਾਮ ਔਰ ਗ੍ਰਾਮ। ਕਹਿੰਦੇ ਜੀ ਬੰਗਾਲ ਗ੍ਰਾਮ ਇਹਨੂੰ ਕਿਉਂ ਕਹਿੰਦੇ ਆ? ਵੈਸੇ ਤੁਸੀਂ
ਜੇਕਰ ਕਿਸੇ ਨੂੰ ਪੁੱਛੋਗੇ ਤਾਂ ਉਹ ਸ਼ਾਇਦ ਇਹ ਕਹਿ ਸਕਦਾ ਵੀ ਬੰਗਾਲ ਦੇ ਵਿੱਚ ਜ਼ਿਆਦਾ ਹੁੰਦਾ, ਇਸ ਕਰਕੇ ਗ੍ਰਾਮ ਇਹਨੂੰ ਕਹਿੰਦੇ ਆ ਬੰਗਾਲ ਗ੍ਰਾਮ, ਪਹਿਲਾਂ ਬੰਗਾਲ ਦੇ ਵਿੱਚ ਇਹਦੀ ਜ਼ਿਆਦਾ ਕਲਟੀਵੇਸ਼ਨ ਹੁੰਦੀ ਸੀ। ਇਸ ਤਰੀਕੇ ਦੇ ਤੱਥ ਦੇ ਸਕਦੇ ਆ ਜਿਹੜੇ ਕਿ ਹਾਲਾਂਕਿ ਮੰਨੇ ਵੀ ਜਾ ਸਕਦੇ, ਨਹੀਂ ਵੀ ਮੰਨੇ ਜਾ ਸਕਦੇ, ਕਿਉਂਕਿ ਇਹਦਾ ਤੱਥ ਕਿਤੇ ਵੀ ਮਿਲਦਾ ਨਹੀਂਗਾ। ਸੋ ਬੰਗਾਲ ਗ੍ਰਾਮ ਕਹਿ ਲਓ, ਚਾਹੇ ਗ੍ਰਾਮ ਕਹਿ ਲਓ, ਚਾਹੇ ਚਿਕ ਪੀ ਕਹਿ ਲਓ, ਚਾਹੇ ਗਰਬੈਂਜ਼ੋ ਬੀਨਸ ਕਹਿ ਲਓ, ਕੁਛ ਵੀ ਕਹਿ ਲਓ ਭਾਈ, ਹੈਗੇ ਉਹ ਗ੍ਰਾਮ ਹੀ ਆ, ਠੀਕ ਹੈ। ਸੋ ਸਾਇੰਟੀਫਿਕ ਨੇਮ ਇਹਦਾ ਜ਼ਰੂਰ ਯਾਦ ਰੱਖ ਲਓ, ਸਾਈਸਰ ਐਰੀਥੇਰੀਅਮ, ਠੀਕ ਹੈ, ਸਾਈਸਰ ਐਰੀਥੇਨੀਅਮ, ਠੀਕ ਹੈ ਭਾਈ, ਇਹਦਾ ਸਾਇੰਟੀਫਿਕ ਨੇਮ ਯਾਦ ਰੱਖ ਲਓ। ਹੁਣ ਭਾਵੇਂ ਤੁਸੀਂ ਕਿਸੇ ਨੂੰ ਭੋਲਾ ਕਹਿ ਲਓ, ਚਾਹੇ ਉਹਨੂੰ ਤੁਸੀਂ ਕੋਈ ਵੀ ਟੇਕ ਚੰਦ ਕਹਿ ਲਓ, ਜਾਂ ਉਹਨੂੰ ਕੋਈ ਵੀ ਨਾਮ ਦੇ ਲਓ। ਵੈਸੇ ਮੈਂ ਆਪਦੇ ਤਾਏ ਦਾ ਨਾਮ ਦੱਸ ਗਿਆ, ਚਲੋ ਖੈਰ, ਤਾਂ ਮਤਲਬ ਤੁਸੀਂ ਕੋਈ ਵੀ ਨਾਮ ਕਹਿ ਸਕਦੇ ਹੋ, ਜਿਵੇਂ ਮੇਰੇ ਨਾਮ ਹੀ ਹੋ ਗਏ ਬਹੁਤ ਆ, ਠੀਕ ਆ, ਤੁਹਾਡੇ ਆਪਦੇ ਨਾਮ ਵੀ ਬਹੁਤ ਹੋਣਗੇ। ਸੋ ਉਸ ਤਰੀਕੇ ਦੇ ਨਾਲ ਹੈ। ਸੋ ਕਿਉਂ ਕਹਿੰਦੇ ਉਹ ਭਾਈ ਉਹਨਾਂ ਨੂੰ ਹੀ ਪੁੱਛੋ ਜਿਨ੍ਹਾਂ ਨੇ ਰੱਖਿਆ, ਠੀਕ ਹੈ, ਬਾਕੀ ਉਹਦੀ ਹਿਸਟਰੀ ਕੋਈ ਨਹੀਂ ਹੁੰਦੀ। ਬੰਗਾਲ ਗ੍ਰਾਮ, ਗ੍ਰਾਮ, ਚੈਕ ਪੀ, ਗਰਬੈਂਜ਼ੋ ਬੀਨ ਜੇ ਤੁਸੀਂ ਯਾਦ ਰੱਖ ਸਕਦੇ ਹੋ। ਇਸ ਤੋਂ ਬਾਅਦ ਆ ਗਿਆ ਇੱਕ ਸਨਫਲਾਵਰ, ਕਿ ਸਨਫਲਾਵਰ ਆ ਜਿਹੜੇ, ਹਾਊ ਸਨਫਲਾਵਰ ਐਕਟਸ ਐਜ਼ ਐਨ ਇੰਡੀਕੇਟਰ। ਇੰਡੀਕੇਟਰ ਬਹੁਤ ਹੁੰਦੇ ਹੈਗੇ, ਪਲਾਂਟ ਇੰਡੀਕੇਟਰ ਹੁੰਦੇ ਬੇਸਿਕਲੀ। ਪਲਾਂਟ ਇੰਡੀਕੇਟਰ ਦੇ ਵਿੱਚ ਸਨਫਲਾਵਰ ਇੰਡੀਕੇਟਰ ਵੀ ਆ ਜਾਂਦਾ ਗਾ। ਲਾਈਕਨ ਇੰਡੀਕੇਟਰ ਤੁਸੀਂ ਬਹੁਤ ਪੜ੍ਹਦੇ ਹੋਵੋਗੇ ਕਿ ਇੱਕ ਲਾਈਕਨ ਐਜ਼ ਐਨ ਇੰਡੀਕੇਟਰ, ਐਕਟਸ ਐਜ਼ ਐਨ ਇੰਡੀਕੇਟਰ। ਇਹ ਪੋਲਿਊਸ਼ਨ ਕੰਟਰੋਲਰ ਜਾਂ ਪੋਲਿਊਸ਼ਨ ਨੂੰ ਇੱਕ ਤਰ੍ਹਾਂ ਨਾਲ ਆਪਾਂ ਉਹਦੇ ਵਾਸਤੇ ਇਹਨੂੰ ਪੋਲਿਊਸ਼ਨ ਇੰਡੀਕੇਟਰ, ਸੌਰੀ ਕੰਟਰੋਲਰ ਕਹਿ ਗਿਆ ਮੈਂ, ਪੋਲਿਊਸ਼ਨ ਇੰਡੀਕੇਟਰ ਦੇ ਵਾਸਤੇ ਇਹ ਬੇਸਿਕਲੀ ਯੂਜ਼ ਹੁੰਦਾ ਗਾ। ਯਾਨੀ ਕਿ ਜਿੱਥੇ ਪੋਲਿਊਸ਼ਨ ਬਹੁਤ ਜ਼ਿਆਦਾ ਹੋਊਗਾ ਉੱਥੇ ਲਾਈਕਨ ਤੁਹਾਨੂੰ ਬਹੁਤ ਘੱਟ ਮਿਲੂਗਾ, ਯਾਨੀ ਕਿ ਜਿੰਨਾ ਪੋਲਿਊਸ਼ਨ ਉਹਨਾਂ ਲਾਈਕਨ ਘੱਟ। ਪਹਾੜਾਂ ਦੇ ਵਿੱਚ ਜਾ ਵੜੋ ਤੁਹਾਨੂੰ ਲਾਈਕਨ ਹੀ ਮਿਲ ਜੂਗਾ, ਕਿਉਂਕਿ ਪੋਲਿਊਸ਼ਨ ਉੱਥੇ ਬਹੁਤ ਘੱਟ ਹੁੰਦਾ। ਸੋ ਬੇਸਿਕਲੀ ਇਹ ਐਕਟ ਐਜ਼ ਐਨ ਇੰਡੀਕੇਟਰ ਦਾ ਮਤਲਬ ਇਹੀ ਆ ਕਿ ਇਹ ਇਹਨਾਂ ਤੋਂ ਆਪਾਂ ਨੂੰ ਇੰਡੀਕੇਸ਼ਨ ਮਿਲਦੀ ਹੈ ਕਿ ਇੱਥੇ ਕਿਸ ਚੀਜ਼ ਦੀ ਡੈਫੀਸ਼ੀਐਂਸੀ ਹੈ, ਕਿਸ ਚੀਜ਼ ਦੀ ਬਹੁਤਾਤ ਹੈ। ਜਿਵੇਂ ਮੈਂ ਲਾਈਕੇਨ ਦੀ ਗੱਲ ਕੀਤੀ ਹੈ ਕਿ ਉੱਥੇ ਪੋਲਿਊਸ਼ਨ ਘੱਟ ਆ, ਵੱਧ ਆ, ਉੱਥੋਂ ਪਤਾ ਲੱਗਦਾ ਹੈਗਾ। ਉਸੇ ਤਰੀਕੇ ਦੇ ਨਾਲ ਸਨਫਲਾਵਰ ਵੀ ਇੰਡੀਕੇਟਰ ਦੇ ਤੌਰ 'ਤੇ ਇਸੇ ਤਰੀਕੇ ਨਾਲ ਕੰਮ ਕਰਦਾ ਕਿ ਉੱਥੋਂ ਆਪਾਂ ਨੂੰ ਇਹ ਪਤਾ ਲੱਗਦਾ ਹੈਗਾ ਕਿ ਭਾਈ ਇੱਥੇ ਬੋਰੋਨ ਦੀ ਕਮੀ ਹੈ, ਕਿਉਂਕਿ ਜਿਹੜਾ ਬੋਰੋਨ ਦੀ ਡੈਫੀਸ਼ੀਐਂਸੀ ਆ ਉਹ ਸਨਫਲਾਵਰ ਆ ਜਿਹੜਾ ਉਹ ਉਹਦੇ ਤੌਰ 'ਤੇ ਇੰਡੀਕੇਟਰ ਦੇ ਤੌਰ 'ਤੇ ਕੰਮ ਕਰਦਾ ਹੈਗਾ। ਇੰਡੀਕੇਟਰ ਬਹੁਤ ਤਰ੍ਹਾਂ ਦੇ ਹੋ ਸਕਦੇ ਆ, ਠੀਕ ਹੈ ਨਾ। ਤਾਂ ਉਹੀ ਗੱਲ ਆ ਵੀ ਜੇਕਰ ਮੈਂ ਕਹਾਂ ਕਿ ਭਾਈ ਇੱਥੇ ਕੋਈ ਵੀ ਚੀਜ਼ ਲੈ ਲਓ, ਜੇਕਰ ਮੰਨ ਲਓ ਮੈਂ ਕਹਾਂ ਕਿ ਇੱਥੇ ਸੂਫੀ ਬੰਦੇ ਤੁਰੇ ਫਿਰਦੇ ਸਾਰੇ, ਤਾਂ ਇਹਦਾ ਮਤਲਬ ਉਹ ਦਾਰੂ ਦੀ ਕਮੀ ਹੈ ਉੱਥੇ। ਤਾਂ ਸੂਫੀ ਇਜ਼ ਐਨ ਐਕਟਸ ਐਜ਼ ਐਨ ਇੰਡੀਕੇਟਰ ਦਾਰੂ ਦੀ ਕਮੀ, ਡੈਫੀਸ਼ੀਐਂਸੀ ਆਫ ਦਾਰੂ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਕਹਿ ਸਕਦੇ ਹੋ ਵੀ ਜਿੱਥੇ ਤੁਹਾਨੂੰ ਸੂਫੀ ਬੰਦੇ ਮਿਲਣਗੇ ਓਬਵੀਅਸਲੀ ਉੱਥੇ ਭਾਈ ਠੇਕਾ ਵੀ ਘੱਟ ਹੋਣਗੇ, ਠੀਕ ਹੈ। ਸੋ ਉਸ ਤਰੀਕੇ ਦੇ ਨਾਲ ਆ ਕਿ ਸਨਫਲਾਵਰ ਐਕਟਸ ਐਜ਼ ਐਨ ਇੰਡੀਕੇਟਰ ਐਜ਼ ਦ ਡੈਫੀਸ਼ੀਐਂਸੀ ਆਫ ਬੋਰੋਨ। ਸੋ ਯਾਦ ਰੱਖਣਾ ਭਾਈ, ਇੰਪੋਰਟੈਂਟ ਹੈ। ਸੋ ਮੇਰੇ ਹਿਸਾਬ ਨਾਲ ਤੁਹਾਨੂੰ ਬਹੁਤ ਵਧੀਆ ਢੰਗ ਦੇ ਨਾਲ ਸਮਝ ਲੱਗਿਆ ਹੋਊਗਾ, ਠੀਕ ਹੈ। ਹੁਣ ਮੈਂ ਇੱਕ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਇੰਡੀਅਨ ਪੋਲਿਟੀ ਆ ਬਹੁਤ ਹੀ ਵਧੀਆ ਡਿਟੇਲ ਦੇ ਵਿੱਚ, ਯਾਨੀ ਕਿ ਇੰਡੀਅਨ ਪੋਲਿਟੀ ਤੁਸੀਂ ਪੜ੍ਹੀ ਬਹੁਤ ਥਾਵਾਂ 'ਤੇ ਹੋਊਗੀ, ਬਟ ਜਿਹੋ ਜਿਹੀ ਆਪਾਂ ਪੜ੍ਹਾਂਗੇ ਬਹੁਤ ਹੀ ਵਧੀਆ ਢੰਗ ਦੇ ਨਾਲ। ਪੰਜਾਬੀ ਭਾਸ਼ਾ 'ਚ ਤਾਂ ਤੁਸੀਂ ਨਹੀਂ ਪੜ੍ਹੀ ਹੋਣੀ, ਹਿੰਦੀ 'ਚ ਭਾਵੇਂ ਬਹੁਤ ਟੀਚਰ ਆ, ਹਾਲਾਂਕਿ ਅਸੀਂ ਵੀ ਪੜ੍ਹੇ ਆ ਭਾਈ, ਠੀਕ ਹੈ। ਸੋ ਬਹੁਤ ਵਧੀਆ ਟੀਚਰ ਹੈਗੇ ਆ, ਬਟ ਪੰਜਾਬੀ ਦੇ ਵਿੱਚ ਮੈਂ ਡੈਫੀਨੇਟਲੀ ਕਹਿ ਸਕਦਾ ਕਿ ਤੁਹਾਨੂੰ ਇਸ ਤੋਂ ਵਧੀਆ ਨਹੀਂ ਲੈਕਚਰ ਮਿਲਣਗੇ। ਬਹੁਤ ਘੈਂਟ ਤਰੀਕੇ ਦੇ ਨਾਲ ਇੰਡੀਅਨ ਪੋਲਿਟੀ ਆਪਾਂ ਸਟਾਰਟ ਕਰ ਚੁੱਕੇ ਹਾਂ, ਅਤੇ ਉਹ ਸਟਾਰਟ ਜਿਹੜਾ ਹੈਗਾ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਉਹਦਾ ਜਿਹੜਾ ਕੋਰਸ ਆ ਉਹ ਆਪਾਂ ਰੱਖਾਂਗੇ ਪੇਡ, ਠੀਕ ਆ। ਉਹਦੀ ਤੁਸੀਂ ਡੈਮੋ ਵੀਡੀਓ ਜ਼ਰੂਰ ਦੇਖੋ, ਇੱਕ ਵਾਰੀ ਵੀਡੀਓ ਤੁਸੀਂ ਜ਼ਰੂਰ ਦੇਖ ਲੈਣਾ। ਉਸ ਤੋਂ ਬਾਅਦ ਤੁਹਾਨੂੰ ਆਪਣੇ ਪਤਾ ਲੱਗ ਜਾਊਗਾ ਕਿ ਐਫਰਟਸ ਉਹਦੇ ਵਿੱਚ ਕਿੰਨੇ ਲੱਗਦੇ ਆ। ਤੁਹਾਨੂੰ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਅੱਜ ਤੱਕ ਨਹੀਂ ਪਤੀਆਂ ਹੋਣਗੀਆਂ ਉਹ ਤੁਹਾਨੂੰ ਪਤਾ ਲੱਗਣਗੀਆਂ। ਸੋ ਵੀਡੀਓ ਦੇਖੋ, ਡੈਮੋ ਵੀਡੀਓ ਪੰਜਾਬ PCSNL ਚੈਨਲ 'ਤੇ ਵੀ ਆ ਚੁੱਕੀ ਹੈ, ਰੇਸ ਅਕੈਡਮੀ ਅਫੀਸ਼ੀਅਲ 'ਤੇ ਵੀ ਪਾਈ ਆ। ਬਾਕੀ ਹੋਰ ਕੋਈ ਜਾਣਕਾਰੀ ਲੈਣੀ ਆ ਉੱਥੇ ਮੈਂ ਕੰਟੈਕਟ ਵਗੈਰਾ ਦਿੱਤੇ ਹੋਏ, ਤੁਸੀਂ ਜਾਣਕਾਰੀ ਮੈਸੇਜ ਸ਼ੇਅਰ ਕਰ ਸਕਦੇ ਹੋ ਬਾਕੀ, ਠੀਕ ਹੈ। ਸੋ ਆਪਾਂ ਹੋਰ ਨਵੀਂ ਵੀਡੀਓਜ਼ ਨਾਲ ਇਸੇ ਤਰੀਕੇ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਰੇਸ ਅਕੈਡਮੀ ਅਫੀਸ਼ੀਅਲ ਤੇ ਪੰਜਾਬ PCS ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਾਂ ਹੋਰ ਨਵੀਆਂ ਵੀਡੀਓਜ਼ ਨਾਲ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਬਾਬਾ ਮਿਹਰ ਕਰੇ।